ਪ੍ਰਾਈਮ ਟੂਡੇ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਰੋਜ਼ ਦੀ ਤਰ੍ਹਾਂ ਅਸੀਂ ਅਲੱਗ-ਅਲੱਗ ਵਿਸ਼ੇ ਤੇ ਤੁਹਾਡੇ ਰੂਬਰੂ ਹੁੰਦੇ ਹਾਂ। ਅੱਜ ਅਸੀਂ ਉਸ ਵਿਸ਼ਾ ਲੈ ਕੇ ਆ ਰਹੇ ਹਾਂ ਜਿਹੜਾ ਸਨਾਤਨ ਧਰਮ ਨਾਲ ਜੁੜਿਆ ਹੋਇਆ ਵਿਸ਼ਾ ਹੈ। ਸਨਾਤਨ ਧਰਮ ਤੋਂ ਭਾਵ ਹੈ ਜਿਹੜਾ ਸਦੀਆਂ ਪੁਰਾਣਾ ਧਰਮ ਹੈ, ਜਿਹਦੇ ਵਿੱਚ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਤੇ ਬ੍ਰਹਮਾ ਜੀ ਅਕਸਰ ਉਹਨਾਂ ਦਾ ਜ਼ਿਕਰ ਆਉਂਦਾ ਹੈ। ਉੱਥੋਂ ਇਹ ਧਰਮ ਦੀ ਆਮਦ ਹੋਈ ਹੈ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜਾ ਮੈਂ ਖਾਸ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ, ਉਹ ਵਿਸ਼ਾ ਹੈ ਵੀ ਸਾਡੇ ਜਿਹੜੇ ਹਿੰਦੂ ਮਤ ਦੇ ਸਨਾਤਨ ਧਰਮ ਦੇ ਅਵਤਾਰ ਹੋਏ ਨੇ, ਭਗਵਾਨ ਸ਼ਿਵ ਨੇ, ਸ਼੍ਰੀ ਕ੍ਰਿਸ਼ਨਾ ਨੇ, ਸ਼੍ਰੀ ਰਾਮ ਨੇ, ਜਾਂ ਬ੍ਰਹਮਾ ਜੀ ਨੇ, ਜਾਂ ਵਿਸ਼ਨੂੰ ਜੀ ਨੇ। ਕਈ ਵਾਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਵੀ ਕਿਸੇ ਧਾਰਮਿਕ ਸਮਾਗਮਾਂ ਦੇ ਵਿੱਚ ਇਹਨਾਂ ਅਵਤਾਰਾਂ ਦਾ ਰੂਪ ਧਾਰ ਕੇ ਕੁਝ ਲੋਕ ਡਾਂਸ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਨੇ। ਉਹ ਡਾਂਸ ਕਰਦੇ ਜਿਵੇਂ ਮਹਾਮਾਈ ਦੇ ਜਗਰਾਤੇ ਹੁੰਦੇ ਨੇ। ਪਹਿਲਾਂ ਜੇ ਜਗਰਾਤਾ ਅਸੀਂ ਪਿਛੋਕੜ ਦੇਖੀਏ ਤਾਂ ਜਗਰਾਤਿਆਂ ਦੇ ਵਿੱਚ ਝਾਕੀਆਂ ਨਹੀਂ ਆਉਂਦੀਆਂ ਸੀ, ਮਹਾਮਾਈ ਦਾ ਗੁਣਗਾਨ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਅਸੀਂ ਦੇਖੇ ਸਾਡੀ ਸ਼ੋਭਾ ਯਾਤਰਾ ਭਗਵਾਨ ਦੀ ਸਵਾਰੀ ਆਉਂਦੀ ਸੀ। ਇੱਕ ਬਹੁਤ ਹੀ ਅੱਛੇ ਰੱਥ ਦੇ ਵਿੱਚ ਸੱਜ ਕੇ ਆਉਂਦੀ ਸੀ ਤੇ ਲੋਕ ਉਹਨੂੰ ਨਮਸਕਾਰ ਕਰਦੇ ਸੀ। ਪਰ ਕੁਝ ਸਮਾਂ ਤੋਂ ਅਸੀਂ ਦੇਖ ਰਹੇ ਹਾਂ ਰਾਧਾ ਕ੍ਰਿਸ਼ਨ ਨੂੰ ਬਣਾ ਕੇ ਕਿਸੇ ਚੌਂਕ ਦੇ ਵਿੱਚ ਉਹਨਾਂ ਨੂੰ ਨੱਚਣ ਲਗਾ ਦੇਣਾ, ਭਗਵਾਨ ਸ਼ਿਵ, ਮਹਾਕਾਲੀ ਨੂੰ ਨੱਚਣ ਲਗਾ ਦੇਣਾ। ਸੋ ਇੱਦਾਂ ਦੇ ਜਿਹੜਾ ਵਿਸ਼ਾ ਹੈ ਇਹ ਬੜਾ ਸੈਂਸਿਟਿਵ ਵਿਸ਼ਾ ਹੈ। ਇਹਦੇ ਸੰਬੰਧ ਦੇ ਵਿੱਚ ਮੇਰੇ ਕੋਲ ਦੋ ਜਿਹੜੇ ਖਾਸ ਪ੍ਰਵਕਤਾ ਆਏ ਨੇ। ਇੱਕ ਤਾਂ ਅਸੀਂ ਧਰਮ ਤੋਂ ਲਿੱਤੇ ਨੇ ਬੜੇ ਸਤਿਕਾਰਯੋਗ ਆਚਾਰੀਆ ਮੋਹਨ ਸ਼ਾਸਤਰੀ ਜੀ, ਉਹ ਸਾਡੇ ਦੀਵਾਨ ਨੇ। ਮੋਹਨ ਸ਼ਾਸਤਰੀ ਜੀ, ਤੁਹਾਡਾ ਸਵਾਗਤ ਹੈ ਜੀ। ਮੋਹਨ ਸ਼ਾਸਤਰੀ ਜੀ ਟੀਡੀ ਗੜਵਾਲ ਤੋਂ ਉੱਤਰਾਖੰਡ ਤੋਂ ਰਹਿਣ ਵਾਲੇ ਨੇ, ਪਰ ਲਗਭਗ 26 ਸਾਲ ਤੋਂ ਇਹ ਅਮਲੋਹ ਵਿਖੇ ਹੀ ਰਹਿ ਰਹੇ ਨੇ। ਪਹਿਲਾਂ ਅਲੱਗ-ਅਲੱਗ ਇਹ ਮੰਦਰਾਂ ਦੇ ਵਿੱਚ ਆਪਣੀ ਇਹਨਾਂ ਸੇਵਾਵਾਂ ਦਿੱਤੇ ਨੇ। ਅੱਜ ਕੱਲ੍ਹ ਇਹ ਭਗਵਾਨ ਸ਼੍ਰੀ ਪਰਸ਼ੁਰਾਮ ਧਾਮ ਤੇ ਬਤੌਰ ਪੁਜਾਰੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਆਚਾਰੀਆ ਮੋਹਨ ਸ਼ਾਸਤਰੀ ਜੀ ਨੇ ਗੁਰੂਕੁਲ ਕਾਂਗੜੀ ਹਰੀਦੁਆਰ ਤੋਂ ਜਿਹੜੀ ਆਪਣੀ ਸ਼ਾਸਤਰੀ ਸਿੱਖਿਆ ਪ੍ਰਾਪਤ ਕੀਤੀ ਹੈ। ਤੇ ਇਹਦੇ ਨਾਲ ਹੀ ਸਾਡੇ ਕੋਲ ਜਿਹੜੇ ਸਮਾਜ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਨੇ, ਜਿਹੜੇ ਲਗਭਗ 80 ਸਾਲਾਂ ਤੋਂ ਬਤੌਰ ਸ਼ਿਵ ਮੰਦਰ, ਬਤੌਰ ਪੁਜਾਰੀ ਉਹਨਾਂ ਦੇ ਪੁਰਜਨ ਰਹੇ ਨੇ। ਤੇ ਅੱਜ ਕੱਲ੍ਹ ਉਹ ਸਮਾਜ ਸੇਵਾ ਦੇ ਸ਼੍ਰੀ ਰਾਮ ਬਾਗ ਸ਼ਿਵ ਮੰਦਰ ਉਸ ਕਮੇਟੀ ਦੇ ਵਿੱਚ ਕੰਮ ਕਰਦੇ ਨੇ। ਬੜੀ ਸਤਿਕਾਰਯੋਗ ਸ਼੍ਰੀ ਕੁਲਦੀਪ ਮੋਦੀ ਜੀ। ਕੁਲਦੀਪ ਮੋਦੀ, ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਮੇਰਾ ਸਵਾਲ ਆਚਾਰੀਆ ਜੀ ਨੂੰ ਹੈ ਜੀ। ਆਚਾਰੀਆ ਮੋਹਨ ਸ਼ਾਸਤਰੀ ਜੀ, ਅਸੀਂ ਦੇਖਦੇ ਹਾਂ ਵੀ ਸਾਡੀਆਂ ਜਿੰਨੇ ਵੀ ਧਾਰਮਿਕ ਸਮਾਗਮ ਹੁੰਦੇ ਨੇ ਅੱਜ ਕੱਲ੍ਹ ਉਹਨਾਂ ਦੇ ਉੱਪਰ ਬਹੁਤ ਸਾਰੇ ਹਿੰਦੂ ਮਤ ਜਿਹੜੇ ਅਵਤਾਰ ਨੇ ਉਹਨਾਂ ਦਾ ਰੂਪ ਧਾਰ ਕੇ ਡਾਂਸ ਕੀਤਾ ਜਾਂਦਾ ਹੈ। ਇਹਨੂੰ ਕਿੱਥੇ ਤੱਕ ਠੀਕ ਸਮਝਦੇ ਹੋ ਤੇ ਸ਼ਾਸਤਰ ਸਾਨੂੰ ਕੀ ਕਹਿੰਦੇ ਨੇ, ਇਹਦੇ ਬਾਰੇ ਜਾਣਕਾਰੀ। ਓਮ ਵੰਦੇ ਦੇਵੋ ਮਾਪਤਿੰ ਸੁਰਗੁਰੁੰ ਵੰਦੇ ਜਗਤ ਕਾਰਣੰ ਵੰਦੇ ਪੰਨਗ ਭੂਸ਼ਣੰ ਮ੍ਰਿਗਧਰੰ ਵੰਦੇ ਪਸ਼ੂਨਾಂ ਪਤਿੰ ਵੰਦੇ ਸੂਰਯ ਸ਼ਸ਼ਾਂਕ ਵਹਿਨਿਨਯਨੰ ਵੰਦੇ ਮੁਕੁੰਦ ਪ੍ਰਿਯੰ वंदे भक्तजनाश्रियञ्च वरदं वंदे शिवं शंकरं वंदे शिवं शंकरं। धन्यवाद पंडित जी, आपका बहुत बहुत धन्यवाद, साधुवाद कि आपने हमको अपने स्टूडियो में बुलाया और इस विषय पे बोलने का आपने हमको अवसर दिया। तो आप जो है बड़े धन्यवाद के पात्र हो। देखो सज्जनों, आज का जो युग है वो युग बड़ा एकदम बेढंग युग दिखने को आ रहा। सभी लोगों को पता है कि कलयुग है, लेकिन कलयुग में ऐसे ऐसे महापुरुष भी है, ऐसे ऐसी विभूतियाँ भी है जो इन विषय पे आवाज़ उठाते हैं। बड़े धन्यवाद के पात्र हैं आप कि आपने आज इस विषय पे चर्चा करी, क्योंकि मैं खुद सोच रहा था कि इस विषय में कभी कुछ बोला जाए। आजकल हमारे समाज ने देवी देवताओं को, महापुरुषों को एक खिलौने की तरह यूज करने लग गए, जबकि ये महापाप है। सज्जनों, ये सबसे बड़ा पाप है।
जो आपने हमको प्रश्न पूछा कि झांकियाँ निकालते हैं कीर्तनों में, मंदिरों में, और उनका जो है सदुपयोग के जरा दुरुपयोग कर रहे लोग, क्योंकि कोई देवी देवता कोई मजाक का खेल नहीं है। और हम लोग जब परेशान हो रहे तो इसी करके आज हम जो है अनेक प्रकार के दुखों से दुखी हो रहे, क्यों कोई अन्न दुखी, कोई मन दुखी, कोई चिंता, कोई संतान से, क्योंकि हम देवी देवताओं का अपमान कर रहे हैं। घड़ी घड़ी हम परमात्मा का और अपमान कर रहे हैं, उनका सत्कार करने के बजाय हम उनका अपमान कर रहे हैं। जी पंडित जी, आपकी बात बहुत बढ़िया है, लेकिन ये जो लोग जितना जगराता कर रहे, मंदिर में पूजा पाठ कर रहे, झांकियाँ निकाल रहे, उनकी झांकियों का सत्कार के साथ पालकियों पे रख के और हम नीचे उनके साथ पैदल चलें, तो ये है शोभा यात्रा की महत्ता। अच्छा, ठीक ठीक। और कीर्तन का, भजन का जहाँ भी मतलब है, वो नृत्य विशेष कहाँ पे करना है, कहाँ पे नहीं करना, ये भाव है। देखो, भगवान शंकर, माँ भगवती, भगवान कृष्ण कोई खिलौने नहीं है, वो कोई खेल के पात्र नहीं है कि हम उनके साथ खेले। ऐसा सर उनका सत्कार होना चाहिए, उनका सम्मान होना चाहिए। अब क्या हम क्या देखते हैं, कई बार लोग क्या करते हैं कि भगवान की झांकियों पे कपड़े पहना के भगवान बना दिए और फिर भगवान गलियों में भाग रहे हमारे, और भगवान के पीछे लोग भाग रहे। क्यों? कि सर ये कोई युक्ति संगत नहीं, शास्त्र सम्मत नहीं, ये सब ये शास्त्र के उल्ट है। वो कहीं भगवान भाग रहे, हम अपने भगवान का खुद जुलूस निकाल रहे। ये सनातन धर्म को जो है गर्त की क्या बोलते हैं, नीचे को ले जा रहे, अधोपतन कर रहे हैं हम। इसका उत्थान नहीं हो रहा इससे, बल्कि क्या हो रहा, अधोपतन हो रहा है। हमारे कहीं भी महापुरुषों ने, जहाँ बड़े बड़े महापुरुष हुए, क्या उनके पास नहीं थी झांकियाँ निकालने? बड़े बड़े ऋषि मुनि हुए, क्या वो झांकियाँ नहीं निकाल सकते थे? लेकिन नहीं महाराज, उन्होंने जो है जितना भी मंत्र पूजा सब गुप्त रखा था। आज सब ओपन हो चुका है, और ओपन हो चुका, जो चीज ओपन हो जाती है उसकी वैल्यू घट जाती है। जी। हमारे भगवान पूजने योग्य है, उनको पूजो। अरे महाराज, देवी देवताओं को तो छोड़ो, जो महापुरुष भी है, हमसे बड़े महापुरुष, उनका भी जुलूस नहीं निकालना चाहिए, नहीं निकालना चाहिए, है ना जी। तो भगवान शंकर तो कोई छोटी मोटी बात थोड़ी है। भगवान शंकर तो साक्षात वेद मूर्ति है। भगवान शंकर और देवी साक्षात वेद मूर्ति है, क्योंकि उनके जो एक श्वास मात्र से बोलते हैं, निश्चुतो निश्वासतो यस्य वेदः। भगवान शंकर जब श्वास लेते हैं पंडित जी, तो वेद प्रकट होते हैं। जब भगवान शंकर श्वास लेते हैं, जैसे हम आप श्वास ले रहे हैं, तो वेद प्रकट हो जाते हैं। और दीक्षिता दृश्यता सृष्टि, और जब उसमें देखते हैं, अपनी दृष्टि डालते हैं, तो सृष्टि प्रकट हो जाती है। देखो इतने बड़े पावर है उनके पास। ठीक है जी। और बोलते हैं स्मिता, और जब वो हंसते हैं तो क्या होता है, पालना, सृष्टि का पालन होता है। अच्छा। सृष्टि का पालन हंसने मात्र से। अच्छा। हाँ, भगवान शंकर के। और बोलते सुप्तस्या प्रलय, और जब सोने थोड़ा नींद आने लगती है, वो सोते नहीं भगवान से, लेकिन जब उनको नींद आने लग जाती है, तब क्या होता है, सृष्टि का प्रलय होता है, महाप्रलय। इतनी बड़ी पावर है भगवान शंकर, और लोगों ने उनको क्या बना दिया, खिलौना बना दिया। लोग जो है गलियों गलियों में भगवान को, कहीं कृष्ण को नचा रहे, कहीं भगवान देवी को नचा रहे। ये सरासर गलत है, ऐसा समाज में कदापि नहीं होना चाहिए। अगर ऐसा करेंगे तो हमारा जरूर ही अधोपतन होगा, हम ऊर्ध्वगामी नहीं होंगे, बोले हमारा पतन होगा। मेरा एक सवाल है जी, आपके इसी माध्यम से सवाल है कि भगवान तो कर्तव्य करता है, उनको करना ही चाहिए, है ना। तो एक बार मुझे भी थोड़ा मालूम है कि भगवान शिव को भी नाचना पड़ा। हाँ जी, बिल्कुल। वो किस समय नाचे थे, क्यों नाचे थे, ये इसके बारे में बताइए थोड़ा। सर ऐसा है कि भगवान शंकर ने, एक बार क्या हुआ कि रावण के पास नारद जी आए। और नारद जी ने जो है रावण की बहुत बड़ी तारीफ करी। बोले महाराज, आप तो बड़े बलिष्ठ हो, आप बड़े क्या कुछ नहीं कर सकते हो। फिर सर देखो, हर कोई इंसान ऐसा नहीं जो अपनी तारीफ पचा सके। तारीफ पचाने की भी क्षमता होती है, क्यों? भगवान को पता था, नारद जी को पता था कि रावण का पतन किस तरह से करे। तो पहले जो है, नार शब्द का मतलब होता है ज्ञान, दामनी ददाती, उसका नाम है नारद। तो नारद जी हमेशा ज्ञान देते हैं। उनको पता था कि ये ज्यादा अत्याचार करने लग गया, तो उसने क्या किया कि लंका में गया और रावण की खूब तारीफ करी।
तो सर रावण तो बड़ा वो हो गया, प्रसन्न हो गया। रावण फिर बोला, नारद जी कहते कि तुम जो है, मैंने सुना तुम शंकर के परम उपासक हो। तो रावण ने कहा बिल्कुल हूँ। बोले फिर, बोले ऐसा करो, तुम बार बार जो है आपको कैलाश जाना पड़ता है। नारद जी कह रहे किसको? भगवान रावण को कह रहे कि आपको बार बार कैलाश जाना पड़ता है वो भगवान शंकर के पास। तो ऐसे करो, जब आपके इष्ट है तो उनको इधर ही बुला लो। अच्छा, बोले यहीं पूजा करें। रावण ने बोला ये भी बात ठीक है, क्योंकि रावण को पहले बल मिल चुका था, बल का, अपने बाहुबल का। इस करके अहंकार नहीं करना चाहिए। शास्त्र में लिखा है अहंकारा विमूढ़ात्मे इत्यमन्यते, अहंकार जो मूर्ख लोग होते हैं वो मानते हैं अहंकार। तो रावण ने बोला बिल्कुल ठीक है। बोले फिर नारद जी से पूछा क्या करना है? बोले ऐसा काम करो, कैलाश पर्वत को ही उठा के ले आओ इधर, अच्छा, यहीं लंका में ले आओ, और फिर आपको उधर कैलाश जाने की जरूरत नहीं पड़ेगी। तो देखो, हमेशा सूझबूझ से काम करना चाहिए सर, जल्दबाजी नहीं करनी चाहिए। लेकिन रावण की भले विद्वान था, लेकिन उस समय जल्दबाजी कर गया, कैलाश में गया। तो बताते उस समय माँ पार्वती के साथ भगवान शंकर कैलाश पे विराजमान थे जी। और जब विराजमान थे सर, तो क्या हुआ कि वो रावण ने पूरा कैलाश पर्वत उठा के लिया है, उठाने लग गया, मतलब फिर कैलाश पर्वत हिलने लग गया। तो जब कैलाश पर्वत हिलता है तो वहाँ के पशु पक्षी भागने लग जाते हैं। तो माँ पार्वती कहती है कि स्वामी मुझे डर लागे, स्वामी मुझे डर लागे, स्वामी मुझे डर लागे, ये पर्वत थर थर कांपे, स्वामी मुझे डर लागे। हे स्वामी, हे पतिदेव, आज मुझे डर लगने लग गया। ऐसा पहले कभी नहीं हुआ कि हमारा कैलाश पर्वत नहीं हिला, आज क्यों हिल रहा? इसका कारण क्या है? तो भगवान शंकर मुस्कुराए, क्योंकि वो तो जानी जान है। तो भगवान शंकर को सब पता था। भगवान ने कहा कि हे प्रिय, घबराने की कोई बात नहीं, कि मेरा ही भक्त, मेरा ही चेला, मेरा ही शिष्य ऐसा है कि जो आज मेरे बोलते हैं ना कि गुरु और चेला भी कैसे होना चाहिए, सुपात्र को विद्या देनी चाहिए, है जी। अगर आप सुपात्र को विद्या देते हो, वो आपके काम को आएगी, और कुपात्र को दे दिया तो गड़बड़ हो जाता है। तो सर ऐसे हुआ। फिर भगवान शंकर ने क्या कहा कि उसी समय भगवान शंकर ने बोला, हे प्रिय, कोई घबराने की बात नहीं, अभी मैं इसको मजा चखाता हूँ। तो शंकर भगवान ने अपना त्रिशूल गाड़ा और रावण का हाथ दब जाता है जी। रावण का हाथ जब दब गया सर, उठाने के बजाय फिर वो रावण त्राहिमाम करने लगा, मुझे बचाओ, मुझे बचाओ, मुझे बचाओ। तो फिर उसी समय फिर भगवान शंकर का जो है तांडव स्तोत्र हुआ है एक, जटाट गलज्ज्वला प्रभाव पावित स्थले गले वलंब्य लंब्यताम भुजंग तुंग मालिका डम 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 निनाद वर डमर भयम चकार चंड तांडवम तनोतु ना शिवा शिवम। इस प्रकार से 16 श्लोकों का जो रचना करी रावण ने, भगवान शंकर, फिर भगवान शंकर प्रसन्न हुए। उस समय भगवान ने फिर नृत्य किया उसी इन्हीं स्तोत्रों पे। तो ये तांडव नृत्य भगवान तब करते जब प्रलय का समय हो गया, कोई अत्यधिक विघ्न कहीं खड़ा हो, तब भगवान तांडव करते। आज लोग घर घर तांडव करा रहे, तो वो तांडव क्या हो रहा, हमारे जीवन में हो रहा, हमारी लाइफ में हो रहा। कहीं किसी का रिश्ता खराब हो रहा, कहीं किसी की अकाल मृत्यु हो रही, कहीं सर भूकंप आ रहे, कहीं विश्व युद्ध हो रहे। ये अनेक प्रकार की जो घटनाएं हैं, इसी कारण हो, यही कारण है। तो ये था इनके साथ में बात। अब हमारे साथ में है ਕੁਲਦੀਪ ਮੋਦੀ ਜੀ। ਕੁਲਦੀਪ ਮੋਦੀ ਜੀ, ਤੁਹਾਡੇ ਨਾਲ ਮੇਰਾ ਸਵਾਲ ਇਹ ਹੈ ਵੀ ਆਪਾਂ ਬਾਜ਼ਾਰ ਦੇ ਵਿੱਚ, ਤੁਸੀਂ ਬੜੇ ਲੰਬੇ ਸਮੇਂ ਤੋਂ ਸ਼ਿਵ ਮੰਦਿਰ ਨਾਲ ਵੀ ਜੁੜੇ ਰਹੇ ਤੇ ਬੜੇ ਲੋਕ ਤੁਹਾਡੇ ਸਾਹਮਣੇ ਅਵਤਾਰਾਂ ਦਾ ਰੂਪ ਧਾਰ ਕੇ ਆਏ। ਤੁਸੀਂ ਕਈਆਂ ਨੂੰ ਰੋਕਿਆ ਵੀ ਹੈ, ਕਈਆਂ ਨੂੰ ਟੋਕਿਆ ਵੀ ਹੈ ਤੇ ਸਮਾਜ ਨੂੰ ਸੇਧ ਵੀ ਦਿੱਤੀ ਹੈ। ਤੇ ਅੱਜ ਕੱਲ੍ਹ ਇੱਕ ਗੱਲ ਚੱਲ ਰਹੀ ਹੈ ਪੰਜਾਬ ਹਿੰਦੂ ਬੋਰਡ ਵੱਲੋਂ, ਬਈ ਇਹ ਜਿਹੜੀਆਂ ਝਾਕੀਆਂ ਨੇ, ਅਸੀਂ ਹੁਣ ਇਹਨਾਂ ਤੇ ਡਾਂਸ ਨਹੀਂ ਕਰ ਦੇਣਾ ਹੈਗਾ, ਇੱਦਾਂ ਦੀ ਉਹਨਾਂ ਨੇ ਆਪਣੇ ਵੱਲੋਂ ਇਹ ਜਿਹੜੀ ਪਰੰਪਰਾ ਚਲਾਈ ਹੈ। ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਜਿਹੜਾ ਚੱਲ ਰਿਹਾ ਜੀ ਮੰਗਣ ਦਾ ਕੰਮ ਜਿਹੜਾ ਕਰ ਰਹੇ ਜਾਂ ਡਾਂਸ ਕਰ ਰਹੇ ਨੇ, ਇਹ ਬਹੁਤ ਮਾੜੀ ਗੱਲ ਹੈ। ਸਾਡੇ ਧਰਮ ਦੇ ਬਿਲਕੁਲ ਉਲਟ ਆ। ਕੋਈ ਵੀ ਦੇਖੋ, ਮੇਰੇ ਸਾਹਮਣੇ ਦੁਕਾਨ ਦੇ ਸਾਹਮਣੇ ਬੰਦਾ ਆਉਂਦਾ ਹਨੂੰਮਾਨ ਜੀ ਦਾ ਰੂਪ ਧਾਰ ਕੇ, ਪਹਿਲਾਂ ਚਾਹ ਪੀਂਦਾ, ਫਿਰ ਉਹ ਜਰਦਾ ਲਾਉਂਦਾ, ਫਿਰ ਜਰਦਾ ਲਾ ਕੇ ਮੈਨੂੰ ਆ ਕਹਿੰਦਾ ਜੈ ਸ਼੍ਰੀ ਰਾਮ। ਮੈਂ ਉਹਨੂੰ ਕਿਹਾ ਵੀ ਤੂੰ ਦੱਸ ਵੀ ਤੇਰੇ ਮੂੰਹ 'ਚ ਕੀ ਹੈ ਪਹਿਲਾਂ? ਉਹ ਕਹੀਂ ਮੇਰੇ ਮੂੰਹ 'ਚ ਜਰਦਾ। ਮੈਂ ਕਿਹਾ ਪਹਿਲਾਂ ਕੱਪੜੇ ਲਾ। ਕੱਪੜਾ, ਮੈਂ ਤਾਂ ਕੱਪੜੇ ਲਾਏ, ਸਾਰਾ ਕੁਝ ਉਹਦੇ ਆਪਣੇ ਕੋਲ ਕੱਪੜੇ ਝੋਲੇ ਸੀਗੇ, ਉਹਨੇ ਉਹ ਪਾ ਲਏ ਅਤੇ ਰੱਖ ਗਿਆ ਮੇਰੇ ਕੋਲ। 3 ਦਿਨ ਬਾਅਦ ਉਹਦੇ ਘਰ ਵਾਲੀ ਲੈ ਗਈ ਵੀ ਅੱਜ ਤੋਂ ਬਾਅਦ ਅਸੀਂ ਮੰਗਾਂਗੇ ਨਹੀਂ। ਮੈਂ ਕਿਹਾ ਕੋਸ਼ਿਸ਼ ਦੇਵੀ ਦੇਵਤਾ ਰੂਪ ਧਾਰ ਕੇ ਨਾ ਮੰਗੋ, ਤੁਹਾਨੂੰ ਮੰਗਣਾ ਦੂਜਾ ਆਪਣਾ ਕੰਮ ਕਰਕੇ ਮੰਗਣਾ। ਉਹ ਜਿੰਨੇ ਬੰਦੇ ਮੰਗਦੇ ਨੇ, ਇਹ ਕੋਈ ਚੰਗੀ ਗੱਲ ਨਹੀਂ। ਇਹਨਾਂ ਦੇ ਜਿੰਨੇ ਜਨਾਨੀਆਂ ਮੰਗਦੀਆਂ, ਉਹਨਾਂ ਦੇ ਘਰ ਰਾਤ ਨੂੰ ਠੇਕੇ 'ਤੇ ਤੁਹਾਨੂੰ ਮਿਲਣਗੇ।
ਦਾਰੂ ਅੱਛਾ ਜੀ, ਪੀਣਗੇ। ਅੱਛਾ। ਸਭ ਤੋਂ ਵੱਧ ਨਸ਼ਾ ਇਹ ਕਰਦੇ, ਜਿੰਨਾ ਕ੍ਰਾਈਮ ਕਰਦੇ ਨੇ ਇਹ ਲੋਕ ਨਸ਼ੇ ਵਾਲੇ, ਜਿੰਨੇ ਤੁਸੀਂ ਬਾਜ਼ਾਰ 'ਚ ਦੇਖਦੇ ਹੋ ਕਿਸੇ ਦਾ ਝੋਲਾ ਗਾਇਬ ਹੋ ਗਿਆ, ਕਿਸੇ ਦਾ ਕੁਛ ਹੋ ਗਿਆ, ਉਹ ਇਹੀ ਲੋਕ ਛੋਟੇ ਛੋਟੇ ਕਰਦੇ ਨੇ ਜਿਹੜੇ ਉਹ ਨੇ ਜੀ ਲਿਫਾਫੇ, ਜਿੰਨੇ ਲਿਫਾਫੇ ਚੁੱਕਦੇ ਫਿਰਦੇ ਨੇ। ਤੁਸੀਂ ਸ਼ਾਮ ਨੂੰ ਜਾ ਕੇ ਦੇਖ ਲਓ ਇਹਨਾਂ ਦੇ ਘਰ, ਇੱਕ ਜਿਹੜਾ ਟੈਂਪੂ ਮੁਰਗਿਆਂ ਦਾ ਇਹਨਾਂ ਦਾ ਬਣਦਾ। ਵਾਹ ਜੀ ਵਾਹ। ਜਾ ਕੇ ਤੁਸੀਂ ਦੇਖ ਲਓ, ਦਾਣਾ ਮੰਡੀ 'ਚ ਚਲੇ ਜਾਓ, ਰੋਜ਼ ਇੱਕ ਟੈਂਪੂ ਮੁਰਗਿਆਂ ਦਾ ਇਹ ਲੋਕ ਖਾਂਦੇ ਨੇ। ਦਾਰੂ ਸਭ ਤੋਂ ਵੱਧ ਇਹ ਲੋਕ ਪੀਂਦੇ ਨੇ। ਇਹ ਅਸੀਂ ਲੋਕ ਜਿਹੜੇ ਨੇ ਸਨਾਤਨੀ ਲੋਕ ਆ, ਅਸੀਂ ਇਹ ਚੀਜ਼ਾਂ ਤੋਂ ਪਰੇ ਹੁੰਦੇ ਆ, ਪਰ ਸਭ ਤੋਂ ਪੈਸੇ ਮੰਗ ਕੇ ਇਹ ਉਹਦਾ ਸਭ ਤੋਂ ਵੱਧ ਨਸ਼ਾ ਇਹ ਲੋਕ ਕਰਦੇ ਨੇ। ਇਹਦਾ ਮਤਲਬ ਅਸੀਂ ਪੈਸੇ ਦੇ ਕੇ ਪਾਪ ਕਰ ਰਹੇ ਹਾਂ। ਅਸੀਂ ਹਾਂ, ਜੋ ਅਸੀਂ ਪੈਸੇ ਦਿੰਦੇ ਆ ਉਹ ਅਸੀਂ ਆਪਣੇ ਉਹਦੇ ਵਾਸਤੇ ਚੰਗੇ ਕੰਮ ਵਾਸਤੇ ਨਹੀਂ ਦਿੰਦੇ, ਪਾਪ ਵਾਸਤੇ ਦਿੰਦੇ ਆ। ਜੀ ਜਿਹੜੇ ਵੀ ਨੇ ਮੇਰੇ ਕੋਲ ਬਹੁਤ ਬੰਦੇ ਆਉਂਦੇ ਨੇ, ਮੈਂ ਘੱਟੋ ਘੱਟ 100 ਰਿਕਸ਼ਾ ਵਾਲਾ ਜਿਹਦੇ ਵਿੱਚ ਮੂਰਤੀ ਰੱਖੀ ਹੁੰਦੀ ਆ, ਮੇਰੀ ਅਸੂਲ ਆ ਵੀ ਮੈਂ ਆਪਣੀ ਦੁਕਾਨ ਮੂਹਰੇ ਕਿਸੇ ਬੰਦੇ ਨੂੰ ਲੰਘਣ ਨਹੀਂ ਦਿੰਦਾ, ਵੀ ਜਾਂ ਤਾਂ ਜੋਤ ਚੱਕ ਕੇ ਆਪਣੇ ਇਹਨੂੰ ਘਰ ਲੈ ਜਾ, ਰਿਕਸ਼ਾ ਰਖੜਾ ਜਾ। ਜੀ ਮੈਂ ਨਹੀਂ ਅੱਜ ਤੱਕ ਕੋਈ ਬੰਦਾ ਰਿਕਾਰਡ ਆ ਮੇਰਾ ਸ਼ਹਿਰ 'ਚ, ਕੋਈ ਬੰਦਾ ਕਹੇ ਵੀ ਦੁਕਾਨ ਮੂਹਰੇ ਤੇ ਮੈਂ ਰਿਕਸ਼ਾ ਲੈ ਕੇ ਲੰਘ ਗਿਆ ਇਹਨਾਂ ਦੀ ਜੋਤ ਬਾਲ ਕੇ। ਇਹ ਤਾਂ ਸਾਡੇ ਧਰਮ ਨੂੰ ਬਦਨਾਮ ਕਰਨ ਦੀਆਂ ਹੋਰ ਨੇ, ਇਹਦੇ ਵਿੱਚ ਕੋਈ ਸਾਨੂੰ ਕੋਈ ਫਾਇਦਾ ਨਹੀਂ, ਕੋਈ ਹੋਰ ਨਹੀਂ। ਮੇਰਾ ਇੱਕ ਸਵਾਲ ਹੋਰ ਹੈ ਜੀ, ਵੀ ਇਹ ਤਾਂ ਤੁਸੀਂ ਰੋਕਤਾ, ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਬੜਾ ਲੰਮਾ ਸਮਾਂ ਸ਼ਿਵ ਮੰਦਿਰ ਦੇ ਪੁਜਾਰੀ ਰਹੇ ਹੋ, ਤੁਹਾਡੇ ਪਾਪਾ ਰਹੇ ਨੇ, ਤੁਹਾਡੇ ਦਾਦਾ ਸ਼੍ਰੀ ਰਹੇ ਨੇ, ਵੀ ਕੀ ਇਹ ਝਾਕੀਆਂ ਦੇ ਮੂਹਰੇ ਕਦੇ ਸ਼੍ਰੀ ਕ੍ਰਿਸ਼ਨਾ ਨੂੰ ਹੈ ਨਾ ਜੀ, ਜਾਂ ਕਾਲੀ ਮਾਤਾ ਨੂੰ ਜਾਂ ਭਗਵਾਨ ਸ਼ਿਵ ਨੂੰ ਨੱਚਦੇ ਚੌਂਕਾਂ ਵਿੱਚ ਦੇਖਿਆ ਜੀ ਤੁਸੀਂ, ਕਿ ਹੁਣੀ ਕਲਚਰ ਹੈ? ਇਹਦੇ ਬਾਰੇ ਮੇਰਾ ਸਵਾਲ ਹੈ। ਨਹੀਂ, ਇਹ ਪਹਿਲਾਂ ਕੋਈ ਉਹ ਨਹੀਂ ਸੀਗਾ, ਇਹ ਹੁਣ 8-10 ਸਾਲ ਇਹ ਕੰਮ ਚੱਲਿਆ। ਪਹਿਲਾਂ ਕੋਈ ਬੰਦਾ ਮੈਂ ਖੁਦ 15 ਸਾਲ ਜਗਰਾਤੇ ਕਰਦਾ ਰਿਹਾ, ਮੈਂ 15 ਸਾਲ ਢੋਲਕ ਦੀ ਸੇਵਾ ਕਰੀ ਆ, ਰਾਮਲੀਲਾ 'ਚ ਵੀ ਕਰੀ ਆ, ਜਗਰਾਤਿਆਂ 'ਚ ਵੀ ਕਰੀ ਆ। ਪਹਿਲਾਂ ਬਿਲਕੁਲ ਇਹ ਉਹ ਨਹੀਂ ਸੀ ਹੁੰਦਾ, ਕੋਈ ਝਾਕੀ ਨਹੀਂ ਸੀ ਬਣਦੀ, ਕੁਛ ਨਹੀਂ ਬਣਦੀ। ਹੁਣ ਤਾਂ ਸਿਰਫ ਇਹ ਲੋਕਾਂ ਨੇ ਆਪਣੇ 4 ਪੈਸੇ ਬਣਾਉਣ ਦੇ ਲਾਲਚ ਪਿੱਛੇ ਸਾਡੇ ਧਰਮ ਨੂੰ ਬਦਨਾਮ ਕਰ ਰਹੇ ਨੇ। ਇੱਕ ਮੇਰਾ ਸਵਾਲ ਹੋਰ ਹੈ ਵੀ ਅੱਗੇ ਜਿਹੜੀ ਰਾਮਲੀਲਾ ਹੁੰਦੀ ਸੀ ਜੀ, ਰਾਮਲੀਲਾ ਦੇ ਵਿੱਚ ਹਰ ਤਰ੍ਹਾਂ ਦੇ ਪਾਤਰ ਨੇ ਜੀ, ਭਗਵਾਨ ਦਾ ਰੂਪ ਵੀ ਧਾਰਦੇ ਨੇ, ਭਗਵਾਨ ਦਾ ਪਾਠ ਵੀ ਕਰਦੇ ਨੇ, ਰਾਵਣ ਦਾ ਰਾਖਸ਼ ਦਾ ਹੀ ਪਾਠ ਕਰਦੇ ਨੇ, ਹਨੂਮਾਨ ਜੀ ਦਾ ਹੀ ਪਾਠ ਕਰਦੇ ਨੇ। ਯਾਨੀ ਮੈਨੂੰ ਇਹ ਪਹਿਲਾਂ ਪਤਾ ਲੱਗਿਆ ਵੀ ਜਿੰਨੇ ਬੱਚੇ ਉਹ ਪਾਠ ਪਲੇ ਕਰਦੇ ਸੀ, ਉਹ ਜਿੱਥੇ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਸੀ ਉੱਥੇ ਹੀ ਰਹਿੰਦੇ ਸੀ, ਉਹ ਆਪਣੀ ਪਵਿੱਤਰਤਾ ਨੂੰ ਬਹੁਤ ਕਾਇਮ ਰੱਖਦੇ ਸੀ। ਕਿ ਅੱਜ ਕੱਲ੍ਹ ਉਹ ਪਵਿੱਤਰਤਾ ਕਾਇਮ ਹੈ ਜੀ? ਨਹੀਂ, ਅੱਜ ਕੱਲ੍ਹ ਬਿਲਕੁਲ ਨਹੀਂ ਹੋਵੇਗਾ ਇਹਦੇ ਵਿੱਚ। ਤਾਂ ਆਮ ਦੇਖੋ ਸਾਡੇ ਸ਼ਹਿਰ ਤਾਂ ਫਿਰ ਵੀ ਬਹੁਤ ਵਧੀਆ, ਬਾਹਰਲੇ ਸ਼ਹਿਰਾਂ ਜਾਓ ਤੁਸੀਂ, ਰਾਮਲੀਲਾ ਦੇ ਵਿੱਚ ਸਹਾਰਨਪੁਰ ਤੋਂ ਕੁੜੀਆਂ ਬੁਲਾਈਆਂ ਜਾਂਦੀਆਂ ਨੇ ਜੀ, ਜਿਹੜੀਆਂ ਬਹੁਤ ਜ਼ਿਆਦਾ ਮਤਲਬ ਘਟੀਆ ਹਰਕਤਾਂ ਹੈ। ਉਹ ਕੁੜੀਆਂ ਨੂੰ ਰੱਖਣ ਪਿੱਛੇ ਅਸੀਂ ਖੁਦ ਦੇਖਿਆ ਵੀ ਇਹ ਕੁੜੀ ਮੇਰੇ ਘਰ ਰਹੂਗੀ, ਅੱਜ ਇਹ ਮੇਰੇ ਘਰ ਰਹੂਗੀ। ਯਾਨੀ ਉਹਨੂੰ ਇੱਕ ਧੰਦਾ ਬਣਾਇਆ ਹੋਇਆ ਲੋਕਾਂ ਨੇ। ਕੋਈ ਬੰਦੇ ਦੇ ਵਿੱਚ ਕੋਈ ਧਰਮ ਦਾ ਪ੍ਰਚਾਰ ਨਹੀਂ, ਇਹਦਾ ਆਪਣੀ ਸਵਾਰਥ ਵਾਸਤੇ ਰੱਖਦੇ ਨੇ। ਕੁਲਦੀਪ ਮੋਦੀ ਸ਼ਰਮਾ ਜੀ, ਇੱਕ ਸਵਾਲ ਮੇਰਾ ਹੋਰ ਹੈ ਵੀ ਆਪਾਂ ਅਕਸਰ ਦੇਖਦੇ ਹਾਂ ਵੀ ਬਹੁਤ ਪ੍ਰੋਡਕਟ ਮਾਰਕੀਟ ਵਿੱਚ ਵਿਕਦੇ ਨੇ, ਚਾਹੇ ਉਹ ਪਟਾਕਿਆਂ ਦੇ ਰੂਪ 'ਚ ਮਿਲਦੇ ਨੇ, ਚਾਹੇ ਕਿਸੇ ਹੋਰ ਸਮਾਨ ਦੇ ਰੂਪ ਵਿੱਚ ਪੈਕ ਹੋ ਕੇ ਆਉਂਦੇ ਨੇ, ਉਹਦੇ ਉੱਪਰ ਭਗਵਾਨ ਦੀਆਂ ਫੋਟੋਆਂ ਜਾਂ ਧਰਮ ਨਾਲ ਸੰਬੰਧਿਤ ਫੋਟੋਆਂ ਲੱਗੀਆਂ ਹੁੰਦੀਆਂ ਨੇ। ਕਿ ਉਹ ਫੈਕਟਰੀਆਂ ਵਾਲੇ ਠੀਕ ਕਰ ਰਹੇ ਨੇ? ਸਾਨੂੰ ਇਹ ਫੋਟੋਆਂ ਲਗਾਉਣੀਆਂ ਚਾਹੀਦੀਆਂ ਨੇ, ਕਿਉਂਕਿ ਜੇ ਹੁਣ ਲਕਸ਼ਮੀ ਦੀ ਫੋਟੋ ਬੰਬ ਤੇ ਲੱਗਿਆ, ਉਹ ਫੜਾਕ ਦੇ ਫੁੱਟਣ ਤੋਂ ਬਾਅਦ ਉਹ ਫੋਟੋ ਦੇ ਕਿੰਨੇ ਟੁਕੜੇ ਹੁੰਦੇ ਨੇ। ਜੇ ਅਸੀਂ ਮੂਰਤੀ ਪੂਜਾ 'ਚ ਵਿਸ਼ਵਾਸ ਰੱਖਦੇ ਹਾਂ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਆਮ ਤੁਸੀਂ ਜਾਓ ਦੀਵਾਲੀ ਨੂੰ, ਇਹ ਲక్ష్ਮੀ ਬੰਬਾ ਜੀ, ਇਹ ਦੇਵੀ ਦੇਵਤਿਆਂ ਦੇ ਨਾਂ ਤੇ ਸਾਰੇ ਬੰਬਾਂ ਦੇ ਨਾਮ ਰੱਖੇ ਹੋਏ ਨੇ ਜੀ। ਇਹ ਬਹੁਤ ਜ਼ਿਆਦਾ ਘਟੀਆ ਹਰਕਤ ਹੈ, ਇਹ ਬੰਦ ਹੋਣਾ ਚਾਹੀਦਾ ਬਿਲਕੁਲ। ਇਹ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੀ ਫੈਕਟਰੀਆਂ ਦੇ ਨੂੰ ਲਾਇਸੈਂਸ ਦਵੀ ਨੇ ਇਹਨਾਂ ਚੀਜ਼ਾਂ ਬਣਾਉਣ ਦੇ। ਜੀ ਜੀ ਜੀ, ਜਿਹੜਾ ਇਹ ਸ਼ੁਰੂ ਤੋਂ ਦੇਖੋ ਬਾਹਰ ਨਹੀਂ ਆਉਂਦੀਆਂ, ਫੈਕਟਰੀ 'ਚ ਬਣਦੀ ਚੀਜ਼ਾਂ ਫੈਕਟਰੀ 'ਚ ਬੰਦ ਹੋਣੀਆਂ ਚਾਹੀਦੀਆਂ ਜੀ ਜਿਹੜੀਆਂ ਨੇ। ਇਹਦਾ ਮਤਲਬ ਵੀ ਜਿਹੜੀਆਂ ਇਹ ਸਮਾਨ ਦੇ ਵਿੱਚ ਪੈਕ ਹੋ ਕੇ ਭਗਵਾਨ ਦੇ ਉੱਪਰ ਪ੍ਰਤਿਮਾ ਲੱਗ ਕੇ ਆਉਂਦੀਆਂ ਨੇ, ਉਹਨਾਂ ਦੀਆਂ ਤਸਵੀਰਾਂ ਬਣ ਕੇ ਆਉਂਦੀਆਂ ਨੇ, ਉਹ ਸਾਡੇ ਇੰਡਸਟਰੀਅਲਿਸਟ ਨੂੰ, ਉਹਨਾਂ ਦੇ ਬਣਾਉਣ ਵਾਲਿਆਂ ਨੂੰ, ਜਿਹੜੇ ਮੈਨੂਫੈਕਚਰ ਨੇ, ਉਹਨਾਂ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ, ਫੇਰ ਹੀ ਠੀਕ ਹੈ ਜੀ। ਸ਼ਰਮਾ ਜੀ, ਮੇਰਾ ਸਵਾਲ ਤੁਹਾਨੂੰ ਆਖਰੀ ਇਹ ਹੈ ਵੀ ਇਹ ਜਿਹੜੀ ਪਰੰਪਰਾ ਹੈ ਝਾਕੀਆਂ ਵਾਲੀ, ਡਾਂਸ ਵਾਲੀ, ਵੀ ਕੀ ਬੇਸ਼ਾਸਰ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਇਹ ਹੋ ਸਕਦੀ ਹੈ? ਤੇ ਸਾਨੂੰ ਜੇ ਜਗਰਾਤੇ ਕਰਨੇ ਚਾਹੀਦੇ ਨੇ, ਉਹ ਕਿਸ ਮਰਿਆਦਾ ਵਿੱਚ ਕਰਨੇ ਚਾਹੀਦੇ ਨੇ? ਇਹ ਗੱਲ ਤੇ ਧਿਆਨ ਦਿਓ। सर ऐसा है कि जो भी मर्यादा शास्त्र के अनुसार है वो आज कोई नहीं कर रहा। अच्छा सर, पाठ पूजा के तरफ कोई विश्वास नहीं दुनिया का जी। बोलते ये पाखंड है, जो हकीकत चीज है जी देखो सर, आप 10,000 बार जगराता करा दो, जी उसका फल नहीं इतना जी, ये प्रमाण है, उसका फल नहीं इतना। 10,000 बार आप करा लो पाठ, लेकिन एक बार आप पाठ करा दो, एक बार उसी चंडी का पाठ करा दो, उससे आपको हजारों गुना फल, करोड़ों गुना फल मिलता है।
अच्छा जी। पाठ का जो फल है मर्यादा में। मर्यादा में रख के, और घर में या कहीं मंदिर में, कहीं किसी समाज में, और आप कथा रखो, कोई पुराण की कथा रखो, शिव पुराण रखो, देवी भागवत रखो, श्रीमद् भागवत रखो। और वो भी ऐसा नहीं है कि उसको आप आज ढोल की तबला छेड़े पे नाच रही दुनिया, ये बिल्कुल उल्ट है सर। नाचो, संगीत है, लिखा भी है साहित्य संगीत कला विहीन, साक्षात पशुपुच्छ विषाणहीन। बोले साहित्य और संगीत से जो विहीन है वो क्या है, पशु ऐसा है जैसे विषाण बोलते हैं सींग के लिए। मान लो गाय है, उसका न सींग और न पूंछ हो, साक्षात पशुपुच्छ विषाणहीन, विषाण बोलते सींग को, ना उसके सींग आए हो न पूंछ हो, तो उसकी शोभा नहीं होती है। संगीत भी होता है, परंतु वो भी मर्यादा, कहीं पे विशेष भजन हो तब। नहीं तो सर देखो, कोई कथा कोई नहीं कर रहा आज, जबकि लिखा हुआ है कि देवी भागवत में 18,000 श्लोक है, श्रीमद् भागवत में 18,000 श्लोक है, अपने शिव पुराण में 24,000 श्लोक है, अनेक अनेक पुराणों में, और स्कंद पुराण में 81,000 श्लोक है। तो श्लोक का जो कथावाचक होता है उनको मूल पाठ करना पड़ता है पूरा। लेकिन हम क्या देखते हैं, विशेषतर मंचों पे लाखों लोग खर्च करते, लाखों पैसे खर्च करते लोग, पर लेकिन मूल पाठ कोई नहीं, बस वो धपड़म पपड़म किया, लोगों को नचाया, बहुत अच्छे ब्यास आ रखे थे। लेकिन जो वेद की बात करेगा, वेद पे जाएगा, लोग उसको पाखंड मानेंगे। और फिर सर देखो, न शांति न परम सुखम, न तो हमको शांति मिलती है न परम सुख प्राप्त होता है, विधि से विहीन हो रहा। और देवी देवताओं का अपमान न करो, कोई बात नहीं, जगराता करो, भक्ति बंदगी करो, लेकिन मर्यादा में रखो, माँ बहन का ख्याल रखो। बोले परदारेषु मातृवत पर दर्वेश लोष्टवत आत्मवत सर्वभूतेषु या पश्यत सा पंडिता। बोले परदारेषु, दूसरे की माँ बहन अपनी माँ बहन देखे, पर दरवेश लोष्टवत, दूसरे का धन, ये धर्म कहता है। कास्ट, हाँ वे वेद कहता है, कास्ट के समान लकड़ी की तरह हम उस धन को देखें। किसी का धन, चाहे हम गरीब है, लेकिन हमको दूसरे का धन पे लालच नहीं करना चाहिए। पर आत्मवत सर्वभूतेषु, अपनी आत्मा के समान, सर्वभूतेषु, सारे भूत बोलते प्राणियों को, संसार की जितनी भी प्राणी मात्र है, बोले अपने आत्मा, जैसे मेरे को कष्ट होता, अगर किसी ने मेरे को कटु वचन बोल दिया तो मेरे को बुरा लगेगा, तो ऐसे ही सोचना चाहिए। आत्मवत अपने आत्मा के समान सर्वभूतेषु, सबको देखो, है ने, या पश्यत सा पंडिता, जो ऐसा देखता वही विद्वान, वही पंडित है। तो मेरे बोलने का भाव ये है सर कि कोई बात नहीं, धर्म करो, हम मनाए नहीं कर रहे किसी को, धर्म करो, लेकिन एक मर्यादा के बीच, मर्यादा का उल्लंघन ना करें, क्योंकि शास्त्र इसकी आज्ञा नहीं देता। कुलदीप मोदी जी, मेरा ਤੁਹਾਨੂੰ ਇੱਕ ਸਵਾਲ ਹੈ ਵੀ ਸੰਤ ਕੌਣ ਨੇ? ਅਕਸਰ ਅਸੀਂ ਦੇਖਦੇ ਹਾਂ ਇਹ ਆਹ ਸੰਤ, ਇਹਦਾ ਨਾਮ ਆਹ ਸੰਤ, ਆਹ ਸਤ, ਆਹ ਸੰਤ। ਸੰਤ ਦੀ ਪਰਿਭਾਸ਼ਾ ਕੀ ਹੈ, ਜਾਂ ਸੰਤ ਅਸੀਂ ਕਿਹਨੂੰ ਕਹਿੰਦੇ ਆ, ਸੰਤ ਕਿੱਦਾਂ ਦਾ ਹੋਣਾ ਚਾਹੀਦਾ ਹੈ? ਜਿਹੜੇ ਸੰਤ, ਤੁਸੀਂ ਤੁਹਾਨੂੰ ਅਗਰ ਕੋਈ ਸੰਤ ਨੂੰ ਮਿਲਣਾ, ਤੁਸੀਂ ਹਰਿਦੁਆਰ ਜਾਓ, ਉੱਪਰ ਪਹਾੜਾਂ 'ਚ ਦੇਖੋ, ਕੋਈ ਜਿਹੜੇ ਸੰਤ ਨੇ ਉਹ ਉੱਥੇ ਬੈਠੇ ਨੇ, ਉਹਨਾਂ ਨੂੰ ਦੁਨੀਆ ਤੱਕ ਕੋਈ ਮਤਲਬ ਨਹੀਂ। ਇਹ ਜਿੰਨੇ ਸਾਡੇ ਸੰਤ ਉਰੇ ਫਿਰਦੇ ਨੇ ਦੁਨਿਆਵੀ, ਇਹ ਤਾਂ ਸਿਰਫ ਆਪਣੀ ਸਭ ਦੀ ਦੁਕਾਨਦਾਰੀ ਬਣਾਈ ਹੋਈ ਆ। ਯਾਨੀ ਪਹਿਰਾਵੇ ਨਾਲ ਸੰਤ ਨਹੀਂ ਹੈ, ਪਹਿਰਾਵੇ ਨਾਲ ਸੰਤ ਨਹੀਂ ਹੈ। ਸੰਤ ਦੇਖਣਾ ਤੁਸੀਂ ਕਰਮ ਨਾਲ ਸੰਤ ਹੈ। ਹਾਂ, ਤੁਸੀਂ ਜਾਓ ਆਪਣੇ ਹਰਿਦੁਆਰ ਜਾ ਕੇ ਦੇਖੋ, ਬਦਰੀਨਾਥ, ਕੇਦਾਰਨਾਥ ਜਾਓ, ਦੇਖੋ ਪਹਾੜਾਂ 'ਚ ਬੈਠੇ ਨੇ, ਉਹਨਾਂ ਨੂੰ ਕਿਸੇ ਦੁਨੀਆ ਤੱਕ ਕੋਈ ਮਤਲਬ ਨਹੀਂ। ਜਾਂ ਬ੍ਰਿੰਦਾਵਨ ਬੈਠੇ ਨੇ, ਹਾਂ, ਜਿਹੜੇ ਦੁਨੀਆ ਤੱਕ ਕੋਈ ਮਤਲਬ ਪ੍ਰੇਮਾਨੰਦ ਨਹੀਂ, ਮਹਾਰਾਜ, ਉਹਨਾਂ ਨੇ ਖਾਣਾ, ਕੰਦਮੂਲ ਖਾਣੇ ਨੇ, ਫਲ ਫਰੂਟ ਖਾਣੇ ਨੇ, ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ। ਸਾਡੇ ਤਾਂ ਹੁਣ ਜਿਹੜੇ ਸੰਤ ਇੱਥੇ ਨੇ, ਇਹ ਤਾਂ ਦੁਨਿਆਵੀ ਸੰਤ ਨੇ, ਚੰਗੇ ਤੋਂ ਚੰਗਾ ਭੋਜਨ ਕਰਨਾ ਇਹਨਾਂ ਨੇ। ਇਹ ਤਾਂ ਪੈਸੇ ਤੋਂ ਵੀ ਦੂਰ ਕਰਦੇ ਨੇ, ਆਪਣੇ ਪੈਸੇ ਦਾ ਮੋਹ ਨਹੀਂ ਕਰਦੇ। ਇਹ ਤਾਂ ਪੈਸੇ ਨਾਲ ਵਰਤਦੇ ਨੇ, ਪੈਸੇ ਤੋਂ ਦੂਰ ਨਹੀਂ ਕਰਦੇ, ਇਹ ਤਾਂ ਖੁਦ ਪੈਸੇ ਮੰਗਦੇ ਨੇ। ਅੱਛਾ ਜੀ, ਇਹਦਾ ਮਤਲਬ ਪੈਸੇ ਨਾਲ ਇਹਨਾਂ ਦਾ ਮੋਹ ਹੈ। ਸਾਧੂ ਨੂੰ ਕਿਸੇ ਨੂੰ ਪੈਸੇ ਨਾਲ ਕੋਈ ਪਿਆਰ ਨਹੀਂ ਹੁੰਦਾ, ਜਿਹੜਾ ਅਸਲੀ ਸਾਧੂ ਹੋਊਗਾ। जी, शर्मा जी, आप भी संत की परिभाषा बताइए शॉर्ट में। सर देखो, संत हृदय नवनीत समाना, संत का हृदय क्या होना चाहिए? नवनीत बोलते मक्खन की तरह, अच्छा, द्रवित होना चाहिए। लेकिन आज के युग में नहीं दिखता है। आज तो सर देखो, कोई किसी आश्रम में, बड़े बड़े आश्रम खोले हुए हैं इन लोगों के, और कोई अगर गरीब जाता है तो उसको बोल देंगे गेट आउट, और कोई अंग्रेज आ गया तो वेलकम टू यू, उसका स्वागत करते, क्योंकि वो पैसा देगा। तो माया से, ठीक कह रहे हैं मोदी साहब, ठीक कह रहे हैं कि माया से जो दूर रहे, मुनि रहे एकांत वासिना। भगवान बोलते हैं, भागवत जी में लिखा कि मुनि वही है जो एकांत में वास करे, जंगलों में रह के भजन करे, वही संत है। और संत का हृदय कैसा होता है? दया होता है उसके अंदर। निर्मल मन जन सोई मोई पावा,
मोहि कपट छल छिद्र न भावा। भगवान खुद कह रहे, तुलसीदास जी लिखते हैं कि निर्मल मन जन सोई मोहि पावा। जिसका मन निर्मल हो, साफ वही- सुथरा हो, वही भगवान वही मेरे को पा सकता है। मोहि कपट छल छिद्र न भावा। कहीं संत के भेष में कहीं कोई क्या छुपा हुआ, ये तो आप सबको विदित है। हाँ, जैसे प्रेमानंद जी जैसे महाराज है, वो तो साक्षात भगवत मूर्ति है। और भी संत होंगे, हम ऐसे नहीं बोले, और भी होंगे, पर लेकिन विशेषकर जो राजनीति की बात ना करे, किसी को ऊंच नीच ना दिखे, जात पात का भेदभाव न रखे, संत की वही परिभाषा है जो सबको लेके चले। गुरु नानक देव जी ने किसी का विरोध नहीं किया, गुरु गोविंद सिंह जी ने किसी का विरोध नहीं किया, मानस की जात सब एक। राम जी ने किसी का विरोध नहीं किया, क्योंकि तू ही राम है, तू रहीम है, तू करीम कृष्ण खुदा हुआ। तू ही भाई गुरु, तू है सो मसीह, हरि नाम में तू समारा। तेरी जात पात कुरान में, तेरा 10 वेद पुराण में, गुरु ग्रंथ जी के बखान में तू प्रकाश अपना दिखा रहा। तू ही राम है, तू रहीम है, तू करीम कृष्ण खुदा हुआ। बोलने का भाव है, राम भी तू ही है, रहीम भी तू ही है, करीम कृष्ण सब कुछ तू ही है। केवल पंथ अनेक हो सकते हैं, लेकिन मंजिल सबकी एक है। रास्ते अनेक हो सकते, पाना सबने संत जरूर नहीं कि वेशभूषा से होता है। बिना वेश के भी घर में रह के राजा विदेह जनक राज भी घर में रह के उनको जो है बोले विदेह राज स्वयं सुखदेव जी ज्ञान लेने को गए। तो संत जरूरी नहीं है कि हमने भगोया कपड़ा धारण कर दिया हम संत बन गए। बिना कपड़े के भी जींस पहन के भी आप संत हो सकते हैं। हमारे विचार साफ सुथरे होने चाहिए। अब एक दूसरे के प्रति दया होनी चाहिए, माँ बहन का परहेज होना चाहिए, सबसे बड़े चरित्रवान होना चाहिए। जिसका चरित्र, देखो सर, पैसा शरीर गया तो कुछ गया, पैसा गया कुछ नहीं गया, शरीर गया कुछ गया, और आदमी का जो अगर चरित्र गया तो सब कुछ गया। इस करके अपने चरित्र की रक्षा करो। जिसका चरित्र श्रेष्ठ है मैं उसी को संत मानता हूँ। जाति पाति क्या नहीं, उसमें कोई भेदभाव। ਉਹ ਕਹਿਣ ਦਾ ਮਤਲਬ ਹੈ ਵੀ ਜਿਹੜੇ ਅੱਜ ਕੱਲ੍ਹ ਅਸੀਂ ਸੰਤਾਂ ਨੂੰ ਮਿਲਦੇ ਹਾਂ, ਜੇ ਅਸੀਂ ਪੈਸੇ ਦੀ ਸਾਈਡ ਤੋਂ ਦੇਖੀਏ, ਕਈ ਵਾਰ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਇੱਕੋ ਪ੍ਰਵਚਨ ਹੁੰਦਾ ਵੀ ਪੈਸੇ ਦੇ ਮੋਹ ਮਾਇਆ ਤੋਂ ਦੂਰ ਰਹੋ, ਮਾਇਆ ਦਾ ਮੋਹ ਨਾ ਕਰੋ, ਪਰ ਉਹ ਆਪ ਕਥਾ ਕਰਨ ਦੇ ਲੱਖਾਂ ਰੁਪਏ ਲੈ ਜਾਂਦੇ ਨੇ। ਇਹਦਾ ਮਤਲਬ ਮੋਹ ਮਾਇਆ ਤਾਂ ਮਾਇਆ ਦਾ ਮੋਹ ਤਾਂ ਸੰਤ ਨੇ ਵੀ ਨਹੀਂ ਤਿਆਗਿਆ, ਉਸ ਮਹਾਤਮਾ ਨੇ ਨਹੀਂ ਤਿਆਗਿਆ। ਜਿਨ੍ਹਾਂ ਨੇ ਤਿਆਗਿਆ ਵਾ ਅਸਲੀ ਸੰਤ ਤਾਂ ਉਹ ਹੀ ਨੇ। ਸੋ ਇਹ ਸੀ ਸਾਡਾ ਅੱਜ ਦਾ ਜਿਹੜਾ ਸਨਾਤਨ ਧਰਮ ਦੇ ਖਾਸ ਇੱਕ ਪ੍ਰੋਗਰਾਮ ਸੀ, ਜਿਹੜਾ ਭਗਵਾਨ ਦੇ ਨਾਚ ਨੂੰ ਲੈ ਕੇ ਖਾਸ ਰੱਖਿਆ ਗਿਆ ਸੀ। ਉਹਦੇ ਵਿੱਚ ਮੈਂ ਦੋਨੇ ਪ੍ਰਵਕਤਾ ਦਾ, ਆਚਾਰੀਆ ਮੋਹਨ ਸ਼ਾਸਤਰੀ ਦਾ ਜੀ, ਕੁਲਦੀਪ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸੇ ਸਾਰੇ ਪ੍ਰਾਈਮ ਟੂਡੇ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਤੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਚੈਨਲ ਨੂੰ ਦੇਖਣਾ ਨਾ ਭੁੱਲਿਓ। ਆਪਣੇ ਸੁਝਾਅ ਤੇ ਸਬਸਕ੍ਰਾਈਬਰ ਚੈਨਲ ਜ਼ਰੂਰ ਕਰੋ, ਸੁਝਾਅ ਸਾਨੂੰ ਭੇਜਿਓ ਤਾਂ ਕਿ ਨਵੇਂ ਮੁੱਦੇ, ਨਵੀਂ ਗੱਲ, ਮੁੱਕ ਦੀ ਗੱਲ, ਪੰਜਾਬ ਦੀ ਗੱਲ, ਅੱਜ ਦੀ ਗੱਲ ਲੈ ਕੇ ਤੁਹਾਡੇ ਰੂਬਰੂ ਹੋਈਏ। ਬਹੁਤ ਬਹੁਤ ਧੰਨਵਾਦ।